ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈ ਮਨਿੰਦਰ ਤੇ ਤੁਸੀਂ ਦੇਖ ਰਹੇ ਹੋ ਡ੍ਰੀਮ ਆਈਐਸ ਚੈਨਲ। ਤੇ ਯਾਰ ਹੁਣ ਪੀਪੀਐਸਸੀ ਫਿਰ ਐਕਟਿਵ ਹੋਈ ਹੈ ਤੇ ਪੀਪੀਐਸਸੀ ਨੇ ਨਵੀਆਂ ਪੋਸਟਾਂ ਕੱਢੀਆਂ। ਬਹੁਤ ਅੱਛੀ ਖਬਰ ਹੈ ਸਟੂਡੈਂਟਸ ਲਈ ਪੰਜਾਬ ਦੇ ਕਿ ਜਿਹੜੀ ਪੋਸਟਾਂ ਪੀਪੀਐਸਸੀ ਤੋਂ ਐਕਸਪੈਕਟਡ ਸੀਗੀਆਂ ਕਿ ਇਹ ਕੱਢਣਗੀਆਂ ਫਾਈਨਲੀ ਉਹ ਪੋਸਟਾਂ ਕੱਢਤੀਆਂ। ਤੇ ਉਹ ਪੋਸਟਾਂ ਹੈਗੀਆਂ ਸੀਨੀਅਰ ਅਸਿਸਟੈਂਟ ਗਰੁੱਪ ਬੀ ਪੋਸਟਾਂ ਹੈਗੀਆਂ। ਵੇਰੀਅਸ ਡਿਪਾਰਟਮੈਂਟਸ ਦੇ ਵਿੱਚ ਇਹ ਪੋਸਟਾਂ ਕੱਢੀਆਂ ਪੀਪੀਐਸਸੀ ਨੇ। ਐਂਡ ਟੋਟਲ 198 ਪੋਸਟਾਂ ਇਹ ਜਿਹੜੀਆਂ ਰਿਲੀਜ਼ ਕੀਤੀਆਂ ਡਿਫਰੈਂਟ ਡਿਪਾਰਟਮੈਂਟਸ 'ਚ। 198 ਪੋਸਟਾਂ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਬਾਏ ਦਾ ਪੀਪੀਐਸਸੀ। ਅੱਜ ਮਾਰਨਿੰਗ ਦੇ ਵਿੱਚ ਹੀ ਇਹ ਖਬਰ ਜਿਹੜੀ ਹੈ ਪਬਲਿਕ ਹੋਈ ਸੀਗੀ। ਪਹਿਲਾਂ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਇਹਨਾਂ ਪੋਸਟਾਂ ਦੇ ਕਿਹੜੇ ਡਿਪਾਰਟਮੈਂਟਸ ਹੈਗੇ ਜਿਨ੍ਹਾਂ 'ਚ ਪੋਸਟਾਂ ਰਿਲੀਜ਼ ਕੀਤੀਆਂ ਹੈ। ਤਾਂ ਇਹ ਜਿਹੜੀਆਂ ਪੋਸਟਾਂ ਰਿਲੀਜ਼ ਕੀਤੀਆਂ 198 ਪੋਸਟਾਂ ਇਹ ਡਿਫਰੈਂਟ ਡਿਪਾਰਟਮੈਂਟਸ ਹੈ। ਜਿਵੇਂ ਕਿ ਕੁਛ ਪੋਸਟਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈਗੀਆਂ, ਕੁਛ ਪੋਸਟਾਂ ਆਪਣੀਆਂ ਵਾਟਰ ਸਪਲਾਈ ਦੇ ਡਿਪਾਰਟਮੈਂਟ 'ਚ ਹੈਗੀਆਂ, ਕੁਛ ਪੋਸਟਾਂ ਆਪਣੀਆਂ ਪਬਲਿਕ ਵਰਕ ਡਿਪਾਰਟਮੈਂਟ 'ਚ ਹੈਗੀਆਂ, ਕੁਛ ਆਪਣੀਆਂ ਹੋਮ ਡਿਪਾਰਟਮੈਂਟ ਦੇ ਵਿੱਚ ਵੀ ਪੋਸਟਾਂ ਇਹਨਾਂ ਨੇ ਰਿਲੀਜ਼ ਕੀਤੀਆਂ। ਫਿਰ ਕੁਛ ਜਿਹੜੀਆਂ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਐਕਸਾਈਜ਼ ਟੈਕਸੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਵੀ ਹੈਗੀਆਂ, ਰੂਰਲ ਡਿਵੈਲਪਮੈਂਟ ਅਤੇ ਪੰਚਾਇਤੀ ਰਾਜ ਦੇ ਵਿੱਚ ਵੀ ਹੈਗੀਆਂ। ਅਤੇ ਲਾਸਟਲੀ ਇੱਕ ਰੈਵਨਿਊ ਦਾ ਡਿਪਾਰਟਮੈਂਟ ਜਿਹੜਾ ਤਹਿਸੀਲਦਾਰ ਦਾ ਡਿਪਾਰਟਮੈਂਟ ਹੈ ਉਹ, ਐਂਡ ਰੀਹੈਬਲੀਟੇਸ਼ਨ ਅਤੇ ਡਿਜ਼ਾਸਟਰ ਮੈਨੇਜਮੈਂਟ ਦੇ ਵੀ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਕੱਢੀਆਂ। ਤਾਂ ਟੋਟਲ ਪੋਸਟਾਂ ਜਿਹੜੀਆਂ ਇਹਨਾਂ ਸਾਰੇ ਡਿਪਾਰਟਮੈਂਟ ਦੇ ਵਿੱਚ ਕੱਢੀਆਂ ਗਈਆਂ ਉਹ ਆਲਮੋਸਟ 200 ਦੇ ਅਰਾਊਂਡ ਹੈ। ਮਤਲਬ ਅਗਰ ਆਪਾਂ ਪ੍ਰੋਪਰ ਦੇਖੀਏ ਤਾਂ 198 ਪੋਸਟਾਂ ਦਾ ਇਹ ਜਿਹੜਾ ਵੇਰਵਾ ਆਇਆ ਹੈ। ਸੋ ਇੱਕ ਬਹੁਤ ਹੀ ਅੱਛੀ ਖਬਰ ਆ ਰਹੀ ਹੈ। ਆਪਾਂ ਦੇਖਦੇ ਹਾਂ ਇਹਨਾਂ ਪੋਸਟਾਂ ਦੇ ਬਾਰੇ ਕਿ ਇਹ ਪੋਸਟਾਂ ਜਿਹੜੀਆਂ ਹੈ ਇਹ ਸਾਰੀਆਂ ਇਹਨਾਂ ਨੇ ਇੱਥੇ ਆਹ ਮੈਂਸ਼ਨ ਕੀਤਾ ਹੋਇਆ ਕਿ ਕਿਹੜਾ ਕਿਵੇਂ ਰਿਜ਼ਰਵੇਸ਼ਨ ਹੈਗੀ ਹੈ। ਜਨਰਲ ਕੈਟੇਗਰੀ ਲਈ ਕਿੰਨੀਆਂ ਪੋਸਟਾਂ ਹੈਗੀਆਂ ਵੇਰੀਅਸ ਡਿਪਾਰਟਮੈਂਟਸ। ਇੱਕ ਹੋਰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਿ ਇਸ ਵਾਰੀ ਰਿਜ਼ਰਵੇਸ਼ਨ ਵਿਮਨ ਨੂੰ ਵੀ ਦਿੱਤੀ ਗਈ ਹੈ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਹਰ ਕੈਟੇਗਰੀ ਦੇ ਵਿੱਚ ਵਿਮਨ ਦੀ ਰਿਜ਼ਰਵੇਸ਼ਨ ਹੈ ਐਟਲੀਸਟ 1/3 ਹੋਣੀਆਂ ਚਾਹੀਦੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ। ਅਤੇ ਉਹ ਵੀ ਇਹਦੇ ਵਿੱਚ ਮੈਂਸ਼ਨ ਜਿਹੜਾ ਹੈ ਕੀਤਾ ਗਿਆ ਹੈ। ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਜਾ ਕੇ ਦੇਖਦੇ ਹਾਂ ਥੋੜ੍ਹਾ ਜਿਹਾ ਕਿ ਇਹ ਜਿਹੜੀਆਂ ਪੋਸਟਾਂ ਰਿਲੀਜ਼ ਕੀਤੀਆਂ ਗਈਆਂ ਇਹ ਪੋਸਟਾਂ ਲਈ ਤੁਹਾਡੇ ਕੋਲ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ। ਤਾਂ ਅੱਛੀ ਖਬਰ ਇਹ ਹੈ ਕਿ ਕੋਈ ਵੀ ਇਹਨੂੰ ਅਪਲਾਈ ਕਰ ਸਕਦਾ, ਬਸ ਤੁਹਾਡੇ ਕੋਲ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਐਂਡ ਅਗਰ ਤੁਹਾਡੇ ਕੋਲ ਬੈਚਲਰ ਦੀ ਡਿਗਰੀ ਹੈਗੀ ਹੈ ਤਾਂ ਤੁਸੀਂ ਵੀ ਅਪਲਾਈ ਇਹਨੂੰ ਕਰ ਸਕਦੇ ਹੋ। ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਹੈ ਕਿ ਕੋਈ BA ਕੀਤੀ ਹੋਵੇ ਜਾਂ ਕੋਈ BCom ਕੀਤਾ ਹੋਵੇ, ਤਾਂ ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਹੈਗੀ। ਹਾਂ ਇੱਕ ਕੰਡੀਸ਼ਨ ਇਹ ਹੈ ਕਿ 120 ਘੰਟਿਆਂ ਦਾ ਤੁਹਾਡੇ ਕੋਲ ਕੰਪਿਊਟਰ ਦੇ ਯੂਜ਼ ਪਰਸਨਲ ਕੰਪਿਊਟਰ ਦੇ ਯੂਜ਼ ਉੱਪਰ ਇੱਕ ਸਰਟੀਫਿਕੇਟ ਹੁੰਦਾ, ਉਹ ਕੋਰਸ ਕੰਪਲੀਟ ਹੁੰਦਾ, ਉਹ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਕੋਈ ਕੰਡੀਸ਼ਨ ਨਹੀਂ ਹੈ। ਫਾਈਨਲੀ ਤੁਹਾਨੂੰ ਟੈਸਟ ਪਾਸ ਹੋਣਾ ਚਾਹੀਦਾ ਹੈ। ਬਿਲਕੁਲ 10ਵੀਂ ਦੇ ਵਿੱਚ ਤੁਹਾਡੇ ਕੋਲ ਮੈਟ੍ਰਿਕ ਹੋਣੀ ਚਾਹੀਦੀ ਹੈ। ਅਗਰ ਨਹੀਂ ਹੈਗੀ ਤਾਂ ਇਕੁਇਲੈਂਟ ਦਾ ਪੇਪਰ ਹੁੰਦਾ, ਅਗਰ ਉਹ ਪੇਪਰ ਤੁਸੀਂ ਦੇ ਕੇ ਅਪੀਅਰ ਕਰ ਸਕਦੇ ਹੋ ਤਾਂ ਉਹ ਵੀ ਚੀਜ਼ ਇਹਦੇ ਵਿੱਚ ਹੈਗੀ ਹੈ। ਐਲੀਜੀਬਿਲਿਟੀ ਦੇ ਵਿੱਚ ਜਨਰਲ ਕੈਟੇਗਰੀ ਲਈ 18 ਸਾਲ ਅਤੇ 37 ਸਾਲ ਦੀ ਏਜ ਹੈ, ਮਤਲਬ ਮਿਨੀਮਮ ਏਜ 18 ਸਾਲ ਅਤੇ ਮੈਕਸੀਮਮ 37 ਈਅਰਸ। ਐਂਡ ਬਾਕੀ ਜਿਵੇਂ SC ST ਕੈਟੇਗਰੀਜ਼ ਹੈ ਜਾਂ ਬੈਕਵਰਡ ਕਲਾਸਿਸ ਹੈ ਜਾਂ ਕੋਈ ਸਰਕਾਰੀ ਇੰਪਲੋਈਜ਼ ਹੈਗੇ ਆ ਉਹਨਾਂ ਵਿੱਚ ਰਿਲੈਕਸੇਸ਼ਨ ਏਜ ਦੀਆਂ ਆਪਦੇ ਲੈਵਲ 'ਤੇ ਜੋ ਹੈ ਦੇ ਰੱਖੀਆਂ ਹੈ। ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਤਾਂ ਅਗਰ ਕੰਪੀਟੀਸ਼ਨ ਐਗਜ਼ਾਮ ਦੀ ਗੱਲ ਕਰੀਏ ਤਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਸਾਰੀਆਂ 198 ਪੋਸਟਾਂ ਲਈ ਜੁਆਇੰਟ ਕੰਪੀਟੀਟਿਵ ਐਗਜ਼ਾਮ ਹੋਏਗਾ। ਮਤਲਬ ਇੱਕੋ ਹੀ ਪੇਪਰ ਹੋਏਗਾ ਸਾਰੀ ਪੋਸਟਾਂ ਲਈ, ਇੱਕੋ ਹੀ ਪੇਪਰ ਜਿਹੜਾ ਹੈ ਹੋਏਗਾ। ਐਂਡ ਇਹ ਜਿਹੜਾ ਪੇਪਰ ਹੋਊਗਾ ਇਹ 2 ਘੰਟਿਆਂ ਦਾ ਪੇਪਰ ਹੋਊਗਾ ਜਿਹਦੇ ਵਿੱਚ 120 ਕੁਐਸਚਨ ਜਿਹੜੇ ਹੈ ਤੁਹਾਨੂੰ ਪੁੱਛੇ ਜਾਣਗੇ। ਐਂਡ ਟੋਟਲ ਮਾਰਕਸ 480 ਮਾਰਕਸ ਹੋਣਗੇ, ਮਤਲਬ 4 ਨੰਬਰਾਂ ਦਾ ਇੱਕ ਪੇਪਰ ਹੋਏਗਾ, ਕੁਐਸਚਨ ਹੋਏਗਾ। ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਤਾਂ ਇਹ 120 ਕੁਐਸਚਨਾਂ ਨੂੰ ਅੱਗੇ ਡਿਵਾਈਡ ਕੀਤਾ ਗਿਆ ਹੈ ਬਿਟਵੀਨ 80 ਐਂਡ 40 ਕੁਐਸਚਨਸ। 80 ਕੁਐਸਚਨ ਜਿਹੜੇ ਹੈ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰਸ ਇਹਨਾਂ ਟੌਪਿਕਸ ਤੋਂ ਹੋਣਗੇ। ਜਿਵੇਂ ਕਿ PPSC ਨੇ ਕੋਆਪਰੇਟਿਵ ਇੰਸਪੈਕਟਰ, ਨੈਬ ਤਹਿਸੀਲਦਾਰ, ਇਹ ਸਾਰੇ ਪੇਪਰਾਂ ਦੇ ਵਿੱਚ ਵੀ ਇਹੀ ਪੈਟਰਨ ਰੱਖਿਆ ਹੈ। ਐਂਡ ਸਿਰਫ 40 ਕੁਐਸਚਨਸ ਹੋਣਗੇ ਜਿਹੜੇ ਰੀਜ਼ਨਿੰਗ ਅਤੇ ਮੈਂਟਲ ਐਬਿਲਿਟੀ ਤੋਂ ਹੋਣਗੇ। ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜਾ ਕਰੰਟ ਅਫੇਅਰ ਅਤੇ ਜਨਰਲ ਨੌਲੇਜ ਵਾਲਾ ਕੰਪੋਨੈਂਟ ਹੋਊਗਾ ਇਹ ਜ਼ਿਆਦਾ ਮਤਲਬ ਸਟਰੋਂਗ ਕੰਪੋਨੈਂਟ ਹੋਏਗਾ। ਔਨ ਦੀ ਅਦਰ ਹੈਂਡ ਜਿਹੜਾ ਆਪਣੇ ਕੋਲ ਲੌਜੀਕਲ ਰੀਜ਼ਨਿੰਗ ਅਤੇ ਮੈਂਟਲ ਐਬਿਲਿਟੀ ਵਾਲਾ ਕੰਪੋਨੈਂਟ ਹੋਏਗਾ ਉਹ ਥੋੜ੍ਹਾ ਜਿਹਾ ਉਹਦੇ ਵਿੱਚ 40 ਕੁਐਸਚਨਸ ਦਾ ਕੰਪੋਨੈਂਟ ਹੋਏਗਾ। ਐਂਡ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਨੈਗੇਟਿਵ ਮਾਰਕਿੰਗ ਵੀ ਹੋਏਗੀ। ਅਗਰ ਤੁਸੀਂ ਕਰੈਕਟ ਕਰਦੇ ਹੋ ਤਾਂ 4 ਨੰਬਰ ਮਿਲਣਗੇ, ਅਗਰ ਤੁਹਾਡਾ ਇਨਕਰੈਕਟ ਹੋਏਗਾ ਤਾਂ 1 ਨੰਬਰ ਦੀ ਨੈਗੇਟਿਵ ਮਾਰਕਿੰਗ ਵੀ ਇਹਨਾਂ ਪੇਪਰ ਦੇ ਵਿੱਚ ਹੋਏਗੀ। PPSC ਦੀ ਵੈਬਸਾਈਟ 'ਤੇ ਜਿਵੇਂ ਦੱਸਿਆ ਕਿ ਡਿਊਰੇਸ਼ਨ ਆਫ ਦੀ ਐਗਜ਼ਾਮ 2 ਘੰਟੇ ਦਾ ਡਿਊਰੇਸ਼ਨ ਹੋਏਗਾ। ਐਂਡ ਇਨਫੋਰਮੇਸ਼ਨ ਅਬਾਊਟ ਐਗਜ਼ਾਮ ਸੈਂਟਰ ਇਹ ਸਭ ਐਡਮਿਟ ਕਾਰਡ 'ਤੇ ਤੁਹਾਨੂੰ ਪਤਾ ਚੱਲ ਜਾਏਗਾ। ਇਸ ਤੋਂ ਇਲਾਵਾ ਜੋ ਮੈਨੂੰ ਇਹਦੇ ਵਿੱਚ ਇੰਪੋਰਟੈਂਟ ਲੱਗਿਆ ਕਿ ਇੰਟਰਵਿਊ ਨਹੀਂ ਹੈਗੀ, ਦੇयर इज़ नो ਇੰਟਰਵਿਊ ਐਂਡ ਸਿਰਫ ਮੇਨਸ ਦੇ ਮਤਲਬ ਪੇਪਰ ਦੇ ਨੰਬਰਾਂ ਦੇ ਬੇਸਿਸ 'ਤੇ ਹੀ ਸਿਲੈਕਸ਼ਨ ਜਿਹੜੀ ਹੈ ਹੋਏਗੀ। ਸੋ ਕੋਈ ਵੀ ਇੰਟਰਵਿਊ ਨਹੀਂ ਜਿਹੜੀ ਹੈ ਇਹਨਾਂ ਪੇਪਰਾਂ ਦੇ ਵਿੱਚ ਹੋਏਗੀ। ਅੱਛਾ, ਇਹਨੂੰ ਨਾ 2 ਫੇਜ਼ਸ 'ਤੇ ਤੁਸੀਂ ਇਹ ਫਾਰਮ ਨੂੰ ਫਿਲ ਕਰਨਾ ਹੈ। ਤਾਂ ਫੇਜ਼ 1 ਅਤੇ ਫੇਜ਼ 2। ਫੇਜ਼ 1 ਦੇ ਵਿੱਚ ਤੁਹਾਨੂੰ ਡੇਟ ਦਿੱਤੀ ਜਾਊਗੀ ਕਿ ਇੰਨੇ ਤੋਂ ਇੰਨੇ ਤਰੀਕ ਤੱਕ ਤੁਹਾਡੀ ਫੇਜ਼ 1
ਜਿਹੜਾ ਚੱਲੇਗਾ ਉਹਦੇ ਵਿੱਚ ਤੁਸੀਂ ਆਪਦਾ ਆਨਲਾਈਨ ਫਾਰਮ ਭਰੋਗੇ ਐਂਡ ਫੇਜ਼ 2 ਦੇ ਵਿੱਚ ਤੁਸੀਂ ਆਪਣਾ ਬੈਂਕ ਚਲਾਨ ਜਿਹੜਾ ਹੈਗਾ ਉਹ ਭਰਨਾ ਹੈਗਾ। ਤੋ ਅਲਟੀਮੇਟਲੀ ਇਹ 2 ਫੇਜ਼ਸ ਦੇ ਵਿੱਚ ਇਹ ਫਾਰਮ ਜਿਹੜਾ ਭਰਿਆ ਜਾਊਗਾ, ਜਿਵੇਂ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹਦੇ ਵਿੱਚ ਇਹਨਾਂ ਨੇ ਸਾਰਾ ਦੇ ਰੱਖਿਆ ਕਿ ਕਿਹੜੇ ਫੇਜ਼ ਦੇ ਵਿੱਚ ਕਦੋਂ ਤੱਕ ਤੁਸੀਂ ਫਾਰਮ ਭਰਨਾ ਐਂਡ ਆਹ ਸਾਰੀ ਡੇਟਸ ਜਿਹੜੀਆਂ ਮੈਂਸ਼ਨ ਕੀਤੀਆਂ ਗਈਆਂ, ਸਾਰੀਆਂ ਡੇਟਸ ਜਿਹੜੀਆਂ ਹੈ ਇਹਦੇ ਵਿੱਚ ਮੈਂਸ਼ਨ ਕੀਤੀਆਂ ਕਿ ਕਦੋਂ ਤੁਸੀਂ ਲਾਸਟ ਡੇਟ ਕਦੋਂ ਹੈ 5 ਜੁਲਾਈ 2022 ਦੇ ਵਿੱਚ, ਫਿਰ 6 ਜੁਲਾਈ 2022 ਦੇ ਵਿੱਚ ਤੁਸੀਂ ਪ੍ਰਿੰਟ ਲੈ ਸਕਦੇ ਹੋ ਐਂਡ ਫੇਜ਼ 2 ਦੇ ਵਿੱਚ ਜਦੋਂ ਤੁਸੀਂ ਚਲਾਨ ਫਿਲ ਕਰਨਾ ਹੈ ਤਾਂ 12 ਜੁਲਾਈ ਅਤੇ 13 ਜੁਲਾਈ ਤੱਕ ਦਾ ਜਿਹੜਾ ਡੇਟ ਹੈਗਾ। ਤਾਂ ਮੋਟਾ ਆਪਦੇ ਫਾਰਮ ਜਿਹੜੇ 5 ਤੋਂ ਪਹਿਲਾਂ ਆਪਦੇ ਫਾਰਮ ਭਰ ਲਿਓ ਅਤੇ 12 ਜੁਲਾਈ ਤੋਂ ਪਹਿਲਾਂ ਆਪਣੇ ਜਿਹੜੇ ਤੁਸੀਂ ਚਲਾਨ ਹੈਗੇ ਉਹ ਪਲੀਜ਼ ਆਪਣੇ ਕੰਪਲੀਟ ਜਿਹੜਾ ਹੈ ਕਰ ਲਿਓ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਛਾ, ਇਸ ਤੋਂ ਇਲਾਵਾ ਫੀਸ ਦੇਖ ਲਓ, ਅਗਰ ਤੁਹਾਡੀ ਕੋਈ ਰਿਜ਼ਰਵੇਸ਼ਨ ਕੈਟੇਗਰੀ ਹੈ ਤਾਂ ਡੈਫੀਨੇਟਲੀ ਫੀਸ ਜਿਹੜੀ ਹੈਗੀ ਆ ਉਹ ਘੱਟ ਹੋਏਗੀ ਐਜ਼ ਕੰਪੇਅਰ ਟੂ ਜਨਰਲ ਕੈਟੇਗਰੀ, ਜਿਨ੍ਹਾਂ ਨੂੰ 1500 ਰੁਪਏ ਦਾ ਜਿਹੜਾ ਹੈ ਫੀਸ ਦੇਣੀ ਪਏਗੀ। ਸੋ ਦੈਟ ਇਜ਼ ਐਕਸਟ੍ਰੀਮਲੀ ਇੰਪੋਰਟੈਂਟ ਟੂ ਅੰਡਰਸਟੈਂਡ। 1500 ਤੱਕ ਦੀ ਫੀਸ ਹੈਗੀ ਹੈ। ਹੁਣ ਆਪਾਂ ਬਿਲਕੁਲ ਆਖਰੀ 'ਤੇ ਜਾਂਦੇ ਹਾਂ। ਬਿਲਕੁਲ ਆਖਰੀ ਜਦੋਂ ਆਪਾਂ ਇਸ ਫਾਈਲ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਸਿਲੇਬਸ ਦਾ ਥੋੜ੍ਹਾ ਜਿਹਾ ਹਿੰਟ ਦਿੰਦੇ ਆ ਕਿ ਬੇਸਿਕਲੀ ਸਿਲੇਬਸ ਦੇ ਵਿੱਚ ਕੀ ਹੈ। ਤਾਂ ਜਿੱਥੋਂ 80 ਕੁਐਸਚਨ ਆਣੇ ਹੈ ਉਹ 80 ਕੁਐਸਚਨਾਂ ਦੇ ਵਿੱਚ ਆਹ ਸਿਲੇਬਸ ਮੈਂਸ਼ਨਡ ਹੈ। ਮਤਲਬ ਆਪਾਂ ਨੂੰ ਜਨਰਲ ਨੌਲੇਜ ਆਫ ਕਰੰਟ ਅਫੇਅਰਸ ਸਾਰੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ, ਨੈਸ਼ਨਲ ਅਤੇ ਇੰਟਰਨੈਸ਼ਨਲ ਇੰਪੋਰਟੈਂਸ। ਆਪਾਂ ਨੂੰ ਇਕਨੋਮਿਕ ਇਸ਼ੂਜ਼ ਪਤਾ ਹੋਣੇ ਚਾਹੀਦੇ ਆ, ਪੋਲੀਟੀਕਲ ਇਸ਼ੂਜ਼, ਐਨਵਾਇਰਮੈਂਟਲ ਸਾਇੰਸ ਐਂਡ ਟੈਕਨੋਲੋਜੀ ਅਤੇ ਹੋਰ ਵੀ ਜਿਹੜੇ ਕਰੰਟ ਅਫੇਅਰਸ ਜਿਹੜੇ ਚੱਲ ਰਹੇ ਹੈ ਉਹਨਾਂ ਸਾਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਆਪਾਂ ਨੂੰ ਦੇਸ਼ ਦੇ ਇਤਿਹਾਸ ਦੀ ਹਿਸਟਰੀ, देश के इतिहास का पता होना चाहिए, बट स्पेशल रेफरेंस दे रखे कि अपने भारत की जो फ्रीडम स्ट्रगल मूवमेंट है इसके बारे में आपको थोड़ा ज़्यादा पता होना चाहिए। एंड पंजाब के इतिहास के बारे भी इन्होंने गया कि हिस्ट्री ऑफ पंजाब पता होनी चाहिए है। एंड 14th सेंचुरी ऑनवर्ड्स जो भी पंजाब के चीज़ां हुई है वो सारिया चीज़ां तुहानूं पता होनिया चाहिए है। इस तो इलावा जनरल मैंटल एबिलिटी वाले टॉपिक के जिमें लॉजिकल रीजनिंग भी पूछणगे, क्वांटिटेटिव एप्टीट्यूड भी पूछणगे, जनरल मैंटल एबिलिटी का भी पूछ सकते हैं। इंग्लिश नहीं हैगी, पंजाबी नहीं हैगी, तो बस आह जनरल मैंटल एबिलिटी के डेटा एनालिसिस एंड बेसिक न्यूमैरिकल स्किल्स वो सारी चीज़ां पता होनी चाहिए। तो मैनू ये लगता है कि जिमें अपना नैब तहसीलदार का पेपर होया उस ही टाइप का पेपर होएगा जिहदे 80 के 40 क्वेश्चन होणगे GS के। तो आई होप तुहानूं ये जिहड़ा मेरे वालों इन्फॉर्मेशन सीगी ये अच्छी लगी होएगी। तो अगर अच्छी लगी है तो प्लीज़ चैनल नूं लाइक शेयर तो सबसक्राइब जरूर करिएगा। एंड असी डेली करंट अफेयर्स दीयां क्लासेस भी चला रहे हैं, मंथली करंट अफेयर्स दीयां क्लासेस चलदियां साडियां 3 दिन। तो अगर किसी ने ज्वाइन करना है तो वह भी ज्वाइन जिहड़ा है कर सकता है मंथली करंट अफेयर्स दीयां क्लासेस। एंड मंथली करंट अफेयर्स दीयां क्लासेस लगदियां है 3 दिन हफ्ते दे विच, ठीक है, 3 दिन हफ्ते दे विच लगदियां है। ये संडे नूं लगदी है, मंडे नूं लगदी है तो ट्यूसडे नूं लगदी है। 3 दिन हफ्ते दे विच करंट अफेयर्स की क्लासेस लगदी हैं। पिछली बारी भी असीं करंट अफेयर्स दी क्लासेस लगाईआं सीगीआं ते नैब तहसीलदार के एग्जाम दे विच साडे कराए हुए करंट अफेयर्स दे विचों ऑलमोस्ट 60 to 65 क्वेश्चन जो GS आए सीगे साडे क्लास दे विच किते हुए क्वेश्चन सीगे। इहदी प्रूफ वीडियो जिहड़ी हैगी असीं पाई सीगी अपने चैनल के उपर, तुसीं वो भी जो है जाके विजिट कर सकते हो। चलो थैंक यू एवरीबॉडी, ऑल द वेरी बेस्ट। अगर कोई तुहानूं क्वेरी है ज्वाइन करना है कोर्स तो प्लीज़ कॉल करो 9888 000000 ते 23 दे, ठीक है। तो आ साडा फ़ोन नंबर है, इस ते तुसीं कॉल करके सानूं एडमिशन लई पुछ सकते हो। थैंक यू, टेक केयर।